स्वागत है दैनिक सवेरा देख रहे सारे दर्शकों का। तो मैं हाँ बबीता। तो सोच रहे होवोगे कि अज हॉस्पिटल के अंदर मैं की कर रही हाँ। मैं तुहानूं दसदा जगराओं दे विच इस टाइम सिविल हॉस्पिटल के अंदर हाँ। असीं दसदा धन धन माता गुजरी जी ट्रस्ट चैरिटेबल दे असीं आए हाँ, जिथे कि इंडिया का पहला कह सकते हो तुसीं ये ऐसा चैरिटेबल है जिथे कि फ्री डायलिसिस हुंदे आ। दूरों दूरों लोग आते हैं, पेशेंट आते हैं। गलबात करांगे उन्हां दे नाल भी और दिखावांगे तुहानूं। तुसीं वेख सकते हो कि हर बैड दे नाल बोर्ड भी लगे हुए ने साहिबजादा अजीत सिंह जी। सो वधिया सब तो ये गल है कि इंडिया का पहला ऐसा चैरिटेबल तुसीं कह सकते हो कि असीं नहीं अज तक देखा। जो सानू पता चलिया तो असीं तुरंत आए इत्थे ताकि तुहानूं दिखा सकीए कि अगर डायलिसिस की तुहानूं भी कोई प्रॉब्लम है और तुसीं हॉस्पिटलों दे विच जा जाके पैसे खर्च चुके हो और हुण पैसे तुहाडे खत्म हो चुके, जेब खाली हो चुकी, अफोर्ड नहीं कर पा रहे, तो ये पहला हॉस्पिटल इहो जिहा है जिथे कि फ्री डायलिसिस होंदे आ। सो सेवादार साडे नाल इस ट्रस्ट के मौजूद ने, उन्हां दे नाल भी असीं गलबात करते हैं। सब तो पहले तो सत श्री अकाल बहुत बहुत। हाँ जी, वाहिगुरू जी का खालसा वाहिगुरू जी की फतेह जी। जिवें मैं कहा कि इंडिया का पहला ये चैरिटेबल ट्रस्ट है, माता गुजरी जी वालों तुसीं नाम ते चला रहे हो। जी जी। कितनी देर हो गई इहनूं ओपन होए? ਇਹ ਰਾਜੇ 3 ਸਾਲ ਹੋ ਗਏ ਜੀ ਚੱਲਦੇ ਨੂੰ। ਅਗਸਤ ਦੇ ਵਿੱਚ 3 ਸਾਲ ਦੇ ਹੋ ਗਏ ਜੀ ਪੂਰੇ, ਔਰ ਹੁਣ ਤੱਕ ਇਹ 7000 ਡਾਇਲਿਸਿਸ ਕਰ ਚੁੱਕੇ ਆ ਜੀ। ਔਰ ਪੰਜਾਬ ਦਾ ਕਹਿ ਦਿਓ, ਇੰਡੀਆ ਦਾ ਕਹਿ ਲਓ, ਇੱਕੋ ਹੀ ਡਾਇਲਿਸਿਸ ਯੂਨਿਟ ਆ ਜੀ ਜਿੱਥੇ ਕੈਸ਼ ਕਾਊਂਟਰ ਹੈ ਨਹੀਂ ਔਰ ਬਿਲਕੁਲ ਫ੍ਰੀ ਹੈ ਜੀ। ਔਰ ਇਹ NRIਆਂ ਨੇ ਸਾਡੇ ਤੇ ਬੜਾ, ਪੰਜਾਬ ਤੇ ਬੜਾ ਅਹਿਸਾਨ ਕੀਤਾ ਸਾਡੇ ਭੈਣਾਂ ਭਰਾਵਾਂ ਨੇ, ਕਿਉਂਕਿ ਉਹ ਚਾਹੇ ਦੂਰ ਚਲੇ ਗਏ ਪੰਜਾਬ ਤੋਂ, ਪਰ ਉਹ ਪੰਜਾਬ ਦਾ ਦਰਦ ਰੱਖਦੇ ਆ। ਔਰ ਉਹਨਾਂ ਨੇ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਪਹਿਲਾ ਪ੍ਰੋਜੈਕਟ ਸਾਨੂੰ ਮਾਤਾ ਗੁਜਰੀ ਟਰਸਟ ਨੂੰ ਸੇਵਾ ਦਿੱਤੀ ਹੈ ਔਰ ਅਸੀਂ ਨਿਭਾ ਰਹੇ ਹਾਂ ਜੀ। ਅੱਛਾ, ਸਭ ਤੋਂ ਵੱਡੀ ਗੱਲ ਇੱਥੇ ਇਹ ਆ ਕਿ ਇਹ ਸਿਵਲ ਹਸਪੀਟਲ ਦੇ ਅੰਦਰ ਹੈ ਜੀ, ਜਿਹੜਾ ਕਿ ਕੋਈ ਵੀ ਅਗਰ ਸੋਚਦਾ ਹੈ, ਅਸੀਂ ਵੀ ਜਦੋਂ ਸਾਨੂੰ ਪਤਾ ਚੱਲਿਆ ਸੀ ਅਸੀਂ ਵੀ ਇੱਕਦਮ ਸ਼ੌਕਡ ਹੋ ਗਏ ਸੀ ਕਿ ਸਿਵਲ ਹਸਪੀਟਲ ਦੇ ਅੰਦਰ ਚੈਰੀਟੇਬਲ ਟਰਸਟ, ਉਹ ਵੀ ਜਿੱਥੇ ਡਾਇਲਿਸਿਸ ਫ੍ਰੀ ਹੁੰਦੀ ਆ। ਇਹ ਚੀਜ਼ ਸਮਝ ਨਹੀਂ ਆਈ ਸੀ ਸਾਨੂੰ। ਇਹ ਰਾਜੇ ਨਵਾਂ ਕਨਸੈਪਟ ਹੈ ਜੀ, ਬਿਲਕੁਲ ਕਦੀ ਵੀ ਨਹੀਂ ਤੁਸੀਂ ਸੁਣਿਆ ਹੋਊ। ਮੈਨੂੰ ਲੱਗਦਾ ਵੀ ਸਾਰੇ ਇੰਡੀਆ 'ਚ ਹੀ ਕਦੇ ਸਰਕਾਰੀ ਹਸਪੀਟਲ 'ਚ ਪ੍ਰਾਈਵੇਟ ਸੰਸਥਾ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ। ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਸ ਉੱਚ ਕੋਟੀ ਦੇ ਜਿਹੜੇ ਅਧਿਕਾਰੀ ਸੀਗੇ ਹੈਲਥ ਡਿਪਾਰਟਮੈਂਟ ਦੇ, ਜਦੋਂ ਉਹਨਾਂ ਦੇ ਨਾਲ ਅਸੀਂ ਆਪ ਦਾ ਦੁੱਖ ਜ਼ਾਹਰ ਕੀਤਾ ਵੀ ਅਸੀਂ ਇੱਦਾਂ ਸੇਵਾ ਕਰਨੀ ਹੈ, ਤਾਂ ਉਹ ਕਹਿਣ ਲੱਗੇ ਵੀ ਅਸੀਂ ਵੀ ਸਹਿਯੋਗ ਕਰਾਂਗੇ। ਫਿਰ ਸਾਨੂੰ ਸਾਰਿਆਂ ਨੂੰ ਜਿਹੜੀ ਪਹਿਲਾਂ ਗੱਲ ਸੁੱਝੀ, ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਵੀ ਰਲਦੇ ਆ ਤਾਂ ਫਿਰ ਸਾਨੂੰ ਤੁਸੀਂ ਬਿਲਡਿੰਗ ਆ ਜਿਹੜੀ ਉਹ ਹਸਪੀਟਲ ਦੇ ਅੰਦਰ ਦੇ ਦਿਓ। ਉਹ ਕਹਿਣ ਲੱਗੇ ਵੀ ਜਗਰਾਉਂ, ਐਕਚੁਅਲੀ ਬੇਸਿਕਲੀ ਅਸੀਂ ਵੀ ਸਾਰੇ ਜਗਰਾਉਂ ਦੇ ਹੀ ਆ, ਤਾਂ ਉਹ ਕਹਿਣ ਲੱਗੇ ਵੀ ਜਗਰਾਉਂ ਇੱਕ ਬਿਲਡਿੰਗ ਨਵੀਂ ਬਣੀ ਹੈ ਭਾਈ ਸਾਹਿਬ, ਤੁਸੀਂ ਉਹਦੀ ਚਾਬੀ ਲਓ ਤੇ ਅਸੀਂ ਤੁਹਾਡੇ ਨਾਲ ਜੁੜਦੇ ਹਾਂ। ਔਰ ਮੈਂ ਤੁਹਾਨੂੰ ਇੱਥੇ ਤੁਹਾਡੇ ਚੈਨਲ ਰਾਹੀਂ ਦੱਸਦਾ ਸੰਗਤ ਨੂੰ ਵੀ ਹਰ ਮਹੀਨੇ 5 ਤੋਂ 6 ਲੱਖ ਰੁਪਏ ਦੀ ਦਵਾਈ ਹੈਲਥ ਡਿਪਾਰਟਮੈਂਟ ਇੱਥੇ ਪ੍ਰੋਵਾਈਡ ਕਰਾਉਂਦਾ ਜੀ। ਅੱਛਾ ਜੀ। ਅੱਛਾ, ਬਾਹਰ ਅਗਰ ਤੁਸੀਂ ਕਹਿੰਦੇ ਹੋ ਬਿਲਡਿੰਗ ਮਿਲ ਗਈ ਆਪਾਂ ਨੂੰ, ਸਰਕਾਰੀ ਬਿਲਡਿੰਗ ਮਿਲ ਗਈ, ਅਗਰ ਅਸੀਂ ਬਾਹਰ ਇਹ ਪ੍ਰੋਜੈਕਟ ਸਟਾਰਟ ਕਰਦੇ ਪ੍ਰਾਈਵੇਟ ਤੌਰ ਤੇ, ਤਾਂ ਉਦੋਂ ਕਿੰਨਾ ਕੁ ਖਰਚਾ ਆ ਜਾਣਾ ਸੀ? ਉਹ ਰਾਜੇ ਫਿਰ ਆਪਾਂ ਜਦੋਂ ਫ੍ਰੀ ਚਲਾਉਣਾ ਸੀ ਤਾਂ ਫਿਰ ਇੰਨਾ ਫੰਡ ਨਹੀਂ ਇਕੱਠਾ ਹੁੰਦਾ। ਦੇਖੋ, ਜਦੋਂ ਆਪਾਂ ਇਹਨੂੰ ਫ੍ਰੀ ਚਲਾਉਣਾ ਵਾ, ਇਹਦਾ ਅੱਜ ਵੀ 8 ਤੋਂ 10 ਲੱਖ ਰੁਪਈਆ ਖਰਚਾ ਹੈਗਾ ਵਾ, ਪਰ ਉਹ ਤੁਹਾਨੂੰ ਦੱਸਿਆ ਹੈਗਾ ਵਾ ਵੀ ਉਹ ਸਰਕਾਰ ਨੇ ਦਵਾਈ ਦੇਤੀ, ਬਿਜਲੀ ਦਾ ਬਿੱਲ ਸਰਕਾਰ ਨੇ ਦੇਤਾ, ਉਹਦੇ ਕਾਰਨ ਆਪਣਾ ਬੋਝ ਘਟ ਗਿਆ। ਔਰ ਆਪਾਂ ਲੰਮੇ ਸਮੇਂ ਲਈ 10 ਸਾਲ ਹੋ ਸਕਦਾ, 20 ਸਾਲ ਆਉਣ ਵਾਲੇ ਸਮੇਂ ਦਾ ਤਾਂ ਕਿਸੇ ਨੂੰ ਪਤਾ ਨਹੀਂ, ਪਰ ਇਹ ਪ੍ਰੋਜੈਕਟ ਚੱਲਦਾ ਰਹੂਗਾ। ਔਰ ਹੁਣ ਸਾਨੂੰ ਟਰਸਟ ਨੂੰ ਇਹਦਾ ਸਮਥਿੰਗ ਲੱਖ ਰੁਪਈਆ ਖਰਚਾ ਮਹੀਨੇ ਦਾ ਪੈਂਦਾ ਵਾ। ਨਹੀਂ ਤਾਂ ਫਿਰ ਉਹ ਆਪਾਂ ਜਦੋਂ ਪ੍ਰਾਈਵੇਟ ਲਾਉਣਾ ਸੀ ਰਾਜੇ, ਤਾਂ ਉਹ ਫਿਰ ਆਪਾਂ ਨੂੰ ਸਾਰਾ ਆਪਾਂ ਨੂੰ ਪੈਣਾ ਸੀਗਾ, ਤੇ ਫਿਰ ਆਪਾਂ ਹੋ ਸਕਦਾ ਫ੍ਰੀ ਨਾ ਕਰ ਪਾਉਂਦੇ, ਕਿਉਂਕਿ 10-12 ਲੱਖ ਰੁਪਈਆ ਹਰ ਮਹੀਨੇ ਫਿਰ ਆਪਾਂ ਵੀ ਕਿੱਥੋਂ ਅਰੇਂਜ ਕਰਨਾ ਸੀ। ਹੁਣ ਆਪਾਂ ਨੂੰ ਇਹਨੂੰ ਫ੍ਰੀ ਚਲਾਉਣ ਦੇ ਵਿੱਚ ਕੋਈ ਹਰਜ ਹੀ ਨਹੀਂ ਹੈ, ਬੜੇ ਆਰਾਮ ਨਾਲ 3 ਸਾਲ ਤੋਂ ਚੱਲ ਰਹੇ ਜੀ। ਅੱਛਾ, ਕਿੰਨੀਆਂ ਕੁ ਦਿੱਕਤਾਂ ਆਈਆਂ ਜਦੋਂ ਪ੍ਰੋਜੈਕਟ ਨੂੰ ਸਟਾਰਟ ਕਰਨ ਦਾ ਤੁਸੀਂ ਸੋਚਿਆ? ਇਹ ਰਾਜੇ ਪ੍ਰੋਜੈਕਟ ਨੂੰ ਜਦੋਂ ਸਟਾਰਟ ਕੋਈ ਕਰਦੇ ਹੈਗੇ ਆ, ਦੇਖੋ ਦਿੱਕਤਾਂ ਤਾਂ ਆਉਂਦੀਆਂ ਹੈਗੀਆਂ, ਕਿਤੇ ਵੀ ਕੋਈ ਵੀ ਕੰਮ ਆ ਨਵਾਂ ਛੇੜੀਏ, ਨਵਾਂ ਹੁੰਦਾ ਵਾ, ਪਰ ਗੁਰੂ ਸਾਹਿਬ ਦੀ ਕਿਰਪਾ ਸੀ, ਕਿਉਂਕਿ ਇਹ ਪਹਿਲਾ ਹੀ ਪ੍ਰੋਜੈਕਟ ਸੀ ਜਿਹੜਾ ਮਹਾਰਾਜ ਦੇ ਨਾਂ ਤੇ ਲੱਗ ਰਿਹਾ ਸੀ। ਸਾਡੀ ਕੋਈ ਹੋਂਦ ਹੈ ਨਹੀਂ, ਜਦੋਂ ਸਾਡੀ ਹੋਂਦ ਇੱਥੇ ਮੁੱਕ ਗਈ ਤਾਂ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਇਹ ਬੱਚੇ ਮਿਲ ਗਏ ਸਾਰੇ ਜਿਹੜੇ ਡਾਇਲਿਸਿਸ ਦੇ, ਜਿਵੇਂ ਹਰਪ੍ਰੀਤ ਜੀ ਖੜੇ ਨੇ, ਇਹ ਸਾਰੇ ਬੱਚਿਆਂ ਨੂੰ ਫਿਰ ਅਸੀਂ ਸੱਦਿਆ ਟਰਸਟ ਨੇ ਵੀ ਆਪਾਂ ਬੇਟਾ ਸੇਵਾ ਕਰਨੀ ਆ। ਫਿਰ ਇਹਨਾਂ ਨੇ ਸਾਰਾ ਕੁਛ ਹੀ ਮਤਲਬ ਸਾਨੂੰ ਸਮਝਾਇਆ ਵੀ, ਕਿਉਂਕਿ ਅਸੀਂ ਤਾਂ ਪ੍ਰੋਫੈਸ਼ਨਲ ਡਾਕਟਰ ਤਾਂ ਹੈ ਨਹੀਂ ਸੀ, ਪਰ ਇਹਨਾਂ ਬੱਚਿਆਂ ਨੇ ਸਾਰੀ ਫਿਰ ਗਾਈਡ ਆਪਦੀ ਜ਼ਿੰਮੇਵਾਰੀ ਤੇ, ਫਿਰ ਕੋਈ ਪ੍ਰੋਬਲਮ ਹੈ ਹੀ ਨਹੀਂ। ਜਦੋਂ ਇੰਨੇ ਮੈਂਬਰ ਜਾਂ ਇੰਨੇ ਬੱਚੇ ਉੱਠ ਕੇ ਤੁਰ ਪੈਂਦੇ ਨੇ, ਫਿਰ ਇਹ ਕੋਈ ਪ੍ਰੋਬਲਮ ਆਈ ਨਹੀਂ ਰਾਜੇ। ਜੀ ਬਿਲਕੁਲ। ਅੱਛਾ, ਸਟਾਫ ਦੀ ਗੱਲ ਕरें, ਇਹਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਤੁਸੀਂ? ਇਹ ਸਾਡੇ ਕੋਲ ਜਿਹੜੇ ਇਹ ਗੁੜੀਆ ਹਰਪ੍ਰੀਤ ਹੈ ਜੀ, ਇਹ ਮਤਲਬ ਸਟਾਰਟ ਉਹਨੇ ਹੀ ਕਰਵਾਇਆ ਸੀ ਸਾਰਾ ਕੁਝ, ਤਾਂ ਇਹਦੀ ਮੈਨੇਜਮੈਂਟ ਥੱਲੇ ਚੱਲਦਾ ਹੈਗਾ ਜੀ, ਤੇ ਸਾਰੇ ਪੇ ਟਰਸਟ ਦਿੰਦਾ ਜੀ ਇਹਨਾਂ ਨੂੰ, ਸਾਰੇ ਬੱਚਿਆਂ ਨੂੰ, ਔਰ ਇਹ ਮੈਨੇਜਮੈਂਟ ਹਰਪ੍ਰੀਤ ਜੀ ਕਰਦੇ ਆ ਸਾਰੀ। ਉਹ ਡਾਕਟਰਸ ਜਿਹੜੇ ਨੇ ਉਹ ਆ ਕੇ ਦੇਖਦੇ ਨੇ ਪ੍ਰੋਪਰ ਇਹਨਾਂ ਨੂੰ, ਪੇਸ਼ੈਂਟਸ ਨੂੰ?
ਇਹ ਜੀ ਸਰਕਾਰ ਵੱਲੋਂ ਸਾਨੂੰ ਐਮਡੀ ਸਪੈਸ਼ਲਿਸਟ ਡਾਕਟਰ ਵੀ ਦਿੱਤਾ ਗਿਆ ਵਾ, ਉਹ ਜਿਹੜੇ ਸਮੇਂ-ਸਮੇਂ ਤੇ ਵੈਸੇ ਤਾਂ ਉਧਰਲੇ ਪਾਸੇ ਇੱਥੇ ਯੂਜ਼ ਹੋਇਆ ਜੀ, ਇੱਥੇ ਕਈ ਚੀਜ਼ਾਂ ਆਪਣੇ ਕੋਲ ਹੁੰਦੀਆਂ ਆਪਾਂ ਉਹਨਾਂ ਨੂੰ ਯੂਜ਼ ਨਹੀਂ ਕਰ ਪੈਂਦੇ, ਪਰ ਅਸੀਂ ਹਸਪੀਟਲ ਬਣਾਉਣ ਦੇ ਵਿੱਚ ਹਰ ਚੀਜ਼ ਯੂਜ਼ ਕੀਤੀ ਜਿਹੜੀ ਲੋੜੀਂਦੀ ਸੀ। ਜਿੱਥੋਂ ਕੋਈ ਚੀਜ਼ ਸਾਨੂੰ ਅਵੇਲੇਬਲ ਹੋਈ ਅਸੀਂ ਉਹਨੂੰ ਯੂਜ਼ ਕੀਤਾ। ਹੈਲਥ ਡਿਪਾਰਟਮੈਂਟ ਵੱਲੋਂ ਜੀ ਸਾਡੇ 3 ਦਿਨ ਇੱਥੇ ਪ੍ਰੋਪਰ ਐਮਡੀ ਸਪੈਸ਼ਲਿਸਟ ਬੈਠਦਾ, ਜਿਹੜਾ ਉਹਨਾਂ ਦਾ 6 ਦਿਨ ਅਵੇਲੇਬਲ ਹੈ ਐਮਡੀ ਸਪੈਸ਼ਲਿਸਟ ਹੁੰਦਾ, ਉਹ ਵੀ ਇੱਥੇ ਆ ਜਾਂਦੇ ਨੇ ਤੇ ਕੋਈ ਔਖਾ ਨਹੀਂ ਹੈ ਜੀ, ਡਾਕਟਰ ਰਹਿੰਦੇ ਨੇ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਸੋ ਕੋਸ਼ਿਸ਼ ਕਰਦੇ ਹਾਂ ਪੇਸ਼ੈਂਟ ਨੇ ਸਾਡੇ ਨਾਲ, ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ। ਬਾਬਾ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦਿਆਂ ਨੂੰ? 2.5 ਸਾਲ ਜੀ। 2.5 ਸਾਲ ਹੋ ਗਏ। ਹਾਂਜੀ ਇਸ ਤੋਂ ਪਹਿਲਾਂ ਵੀ ਜਾਂਦੇ ਸੀ ਕਿਤੇ? ਹਾਂਜੀ, ਪ੍ਰਾਈਵੇਟ ਕਰਾਉਂਦੇ ਸੀ। ਕਿੰਨਾ ਕੁ ਖਰਚਾ ਆ ਜਾਂਦਾ ਸੀ? 4000 ਰੁਪਏ ਲੱਗ ਜਾਂਦਾ ਇੱਕ ਵਾਰੀ ਦਾ। ਠੀਕ ਹੈ, 2.5 ਸਾਲ ਹੋ ਗਏ ਇੱਥੇ। ਕੀ ਹੁਣ ਤੁਸੀਂ ਠੀਕ ਹੋ? ਇੱਥੇ ਤਾਂ ਕੁਝ ਨਹੀਂ ਪੇ ਕਰਨਾ ਪੈਂਦਾ? ਬਿਲਕੁਲ ਜੀ, ਬਿਲਕੁਲ। ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਉਹ ਪ੍ਰਾਈਵੇਟ ਹਸਪੀਟਲ ਜਾਂਦਿਆਂ ਨੂੰ? ਪ੍ਰਾਈਵੇਟ 2.5 ਸਾਲ ਤੋਂ ਪਹਿਲਾਂ ਮੈਂ 5-6 ਮਹੀਨੇ ਕਰਾਇਆ ਸੀ ਤੇ ਫਿਰ ਮੈਨੂੰ ਪਤਾ ਲੱਗਾ ਵੀ ਜਗਰਾਉਂ ਦੇ ਵਿੱਚ ਇੱਦਾਂ ਫ੍ਰੀ ਹੈਗਾ, ਫਿਰ ਮੈਂ ਇੱਥੇ ਆਇਆ ਤੇ ਇੱਥੇ ਫਿਰ ਮੈਨੂੰ ਸਭ ਟਾਈਮ ਮਿਲ ਗਿਆ, ਪਰ ਮੈਂ ਇੱਥੇ ਲਗਾਤਾਰ ਇੱਥੇ ਕਰਵਾ ਰਿਹਾ। ਇੱਥੇ ਠੀਕ ਹੈ? ਬਹੁਤ ਵਧੀਆ ਜੀ। ਕੋਈ ਦਿੱਕਤ ਤਾਂ ਨਹੀਂ ਇੱਥੇ? ਨਹੀਂ ਜੀ, ਕੋਈ ਪੈਸਾ ਨਹੀਂ ਲੱਗਿਆ? ਨਾ ਕੋਈ ਪੈਸਾ ਨਹੀਂ, ਸੇਵਾ ਸੰਭਾਲ ਵਧੀਆ ਹੈਗੀ ਹੈ, ਸਾਰਾ ਮਤਲਬ ਸਾਨੂੰ ਵਧੀਆ ਕੀਤਾ ਜਾਂਦਾ। ਚਲੋ ਬਹੁਤ ਵਧੀਆ। ਸੋ ਟੇਕ ਕੇਅਰ ਜਿਹੜੀ ਆ ਉਹ ਪ੍ਰੋਪਰ ਇੱਥੇ ਹੁੰਦੀ ਆ, ਜਿਵੇਂ ਸੇਵਾਦਾਰ ਜੀ ਨੇ ਦੱਸਿਆ ਕਿ ਇੱਥੇ ਡਾਕਟਰ ਜਿਹੜੇ ਆ ਉਹ ਸਮੇਂ-ਸਮੇਂ ਤੇ ਆਉਂਦੇ ਆ, ਚੈੱਕਅਪ ਕਰਦੇ ਆ। ਅਗਰ ਮੈਂ ਇੱਥੇ ਦੀ ਮਸ਼ੀਨਰੀ ਦੀ ਗੱਲ ਕਰਾਂ, ਤੁਸੀਂ ਵੇਖ ਸਕਦੇ ਹੋ, ਮੈਂ ਹਿੰਮਤ ਨੂੰ ਕਹੂੰਗੀ ਕਿ ਪੂਰਾ ਦਿਖਾਉਣ ਇਹਨਾਂ ਦੀ ਮਸ਼ੀਨਰੀ ਜਿਹੜੀ ਹੈ ਜਿਹਦੇ ਨਾਲ ਡਾਇਲਿਸਿਸ ਪ੍ਰੋਪਰ ਹੁੰਦਾ, ਬਲੱਡ ਜਿਹੜਾ ਆ ਉਹ ਚੇਂਜ ਹੁੰਦਾ ਆ, ਕਹਿ ਸਕਦੇ ਹੋ ਤੁਸੀਂ। ਸੋ ਮਸ਼ੀਨਾਂ ਲੱਗੀਆਂ ਹੋਈਆਂ ਬਹੁਤ ਭਾਰੀਆਂ, ਤੁਸੀਂ ਵੇਖ ਸਕਦੇ ਹੋ। ਅੱਛਾ, ਇੱਕ ਮਸ਼ੀਨਾਂ ਦੀ ਮੈਂ ਗੱਲ ਕਰਾਂ, ਇਹ ਕਿੱਥੋਂ ਆਉਂਦੀਆਂ ਮਸ਼ੀਨਾਂ? ਇਹ ਰਾਜੇ ਬੀ ਬਰਾਊਨ ਕੰਪਨੀ ਦੀ ਜਰਮਨ ਦੀ ਮਸ਼ੀਨ ਹੈ ਜੀ, ਪਰ ਇਹਦੇ ਡੀਲਰ ਆਲ ਇੰਡੀਆ 'ਚ ਹੈਗੇ ਨੇ, ਪਰ ਅਸੀਂ ਜਿਹੜਾ ਮੁੰਡਾ ਜਿਹੜੀ ਅਸੀਂ ਜਿੱਥੋਂ ਲਈਆਂ ਉਹ ਲੁਧਿਆਣੇ ਦੇ ਨੇ ਜੀ। ਤਾਂ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਲੁਧਿਆਣੇ ਤੋਂ ਇੱਥੇ ਆਉਣਾ ਫਿਰ ਸੌਖਾ ਵਾ। ਫਿਰ ਆਪਾਂ ਜੇ ਹੈਦਰਾਬਾਦ ਜਾਂ ਬੰਬੇ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਨੂੰ 4 ਦਿਨ ਆਉਣ ਨੂੰ ਲੱਗ ਜੂਗਾ, ਫਿਰ ਆਪਾਂ ਮੈਨੇਜਮੈਂਟ ਨਹੀਂ ਕਰ ਸਕਦੇ। ਅੱਛਾ, ਜਿਹੜੇ ਪੇਸ਼ੈਂਟ ਹੈ ਇੱਥੇ ਸ਼ਿਫਟਾਂ ਦੇ ਹਿਸਾਬ ਦੇ ਨਾਲ ਚੇਂਜ ਹੁੰਦੇ, ਸ਼ਿਫਟ ਹੁੰਦੀ ਹੈ? ਡਾਇਲਿਸਿਸ ਹੁੰਦੀ ਹੋਈ ਰਾਜੇ ਸ਼ਿਫਟਾਂ 'ਚ, ਜਿਵੇਂ ਹੁਣ ਆਹ ਫਸਟ ਸ਼ਿਫਟ ਚੱਲਦੀ ਪਈ ਆ, ਅੱਜ ਸ਼ਨੀਵਾਰ ਕਰਕੇ ਮੈਨੂੰ ਲੱਗਦਾ ਸੈਕੰਡ ਸ਼ਿਫਟ ਹੈ ਨਹੀਂ ਗੀ, ਨਹੀਂ ਤਾਂ ਦੂਜੀ ਸ਼ਿਫਟ ਆ ਜਿਹੜੀ ਉਹ ਫਿਰ 5 ਵਜੇ ਤੱਕ ਚੱਲਦੀ ਹੈ। ਅੱਛਾ ਜੀ ਜੀ ਜੀ। ਅੱਛਾ, ਆਪਣੇ ਬੈੱਡ ਇੱਥੇ ਕਿੰਨੇ ਅਵੇਲੇਬਲ ਨੇ? ਇੱਥੇ ਹੁਣ 6 ਚੱਲਦੀਆਂ ਨੇ ਜੀ ਮਸ਼ੀਨਾਂ, 6 ਬੈੱਡ ਏਡੇ ਕੁ ਹਸਪੀਟਲ ਲਈ ਬਹੁਤ ਨੇ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਹੋਰ ਵੀ ਇੱਕ ਮੈਂਸ਼ਨ ਕਰ ਦਿਆਂ ਜੀ, ਪਿੱਛੇ ਜੇ ਆ ਨਵੀਂ ਮਸ਼ੀਨ ਆ ਜਿਹੜੀ, ਇਹ ਆਪਣਾ ਸਪੋਰਟਸ ਕਲੱਬ ਵਾਲੇ ਨੇ ਜੀ, ਆਕਲੈਂਡ ਵਾਲੇ, ਮਾਲਵਾ ਵਾਲੇ, ਉਹਨਾਂ ਵੀਰਾਂ ਨੇ ਲੈ ਕੇ ਭੇਜੀ ਆ ਜੀ। 20 ਕੁ ਦਿਨ ਹੀ ਹੋਏ ਇਹਨੂੰ ਲਾਈ ਨੂੰ। ਤੇ ਇਦਾਂ NRI ਭਰਾ ਵਾ, ਜਿਵੇਂ ਸਾਡੇ ਵੱਡੇ ਵੀਰ ਨੇ ਜੀ ਬਾਈ ਕੁਲਵਰਨ ਹੁਣੀ ਸ਼ਟਲ ਬੈਠੇ ਨੇ ਜੀ, ਹਰਮਨ ਟਰਾਂਸਪੋਰਟ ਵਾਲੇ, ਤੇ ਬਾਈ ਜਸਵਿੰਦਰ ਸਿੰਘ ਹੁਣੀ ਖਾਨਪੁਰੀ ਹੁਣੀ ਬੈਠੇ ਨੇ ਜੀ ਨਿਊਜ਼ੀਲੈਂਡ, ਬਸਰਾ ਫੈਮਿਲੀ। ਇਹ ਉਹਨਾਂ ਭਰਾਵਾਂ ਨੇ, ਤੇ ਮਲਕੀਤ ਕੌਰ ਭੈਣ ਜੀ ਹੁਣੀ ਕੈਲਗਰੀ ਤੋਂ ਸੰਗਤ ਹੈ ਜੀ, ਫਿਰ ਮੱਲੀ ਫੈਮਿਲੀ ਹੈ ਜੀ ਉੱਥੇ ਕੈਲੀਫੋਰਨੀਆ ਬੈਠੇ। ਇਹਨਾਂ ਭਰਾਵਾਂ ਨੇ ਇਹ ਰਲ ਕੇ ਇਹ ਪ੍ਰੋਜੈਕਟ ਹੈ ਜੀ ਸਾਰਾ ਲਾਇਆ ਵਾ। ਔਰ ਹਰ ਮਹੀਨੇ ਜਿਹੜੀ ਬੱਚਿਆਂ ਦੀ ਪੇ ਹੈ ਜੀ, ਉਹ ਹਰਮਨ ਟਰਾਂਸਪੋਰਟ ਨੇ ਸ਼ਟਲ ਵਾਲੇ ਵੀਰਾਂ ਨੇ ਲਈ ਹੋਈ ਹੈ ਜੀ ਸੇਵਾ। ਉਹ ਹਰ ਮਹੀਨੇ ਇਹਨਾਂ ਬੱਚਿਆਂ ਨੂੰ ਪੇ ਭੇਜਦੇ ਆ। ਅਦਰਸ ਖਰਚੇ ਆ ਜਿਹੜੇ ਸਾਰੇ NRI ਕਰ ਰਹੇ ਆ ਜੀ। ਕਹਿਣ ਦਾ ਮਤਲਬ ਹੈ ਕਿ ਵਧੀਆ ਸੇਵਾ ਨਿਭਾ ਰਹੇ ਨੇ NRI ਵੀਰ ਨੇ ਜਿਹੜੇ ਬਾਹਰ। ਔਰ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ NRI ਵੀਰ ਨੇ ਸੇਵਾ ਬੜੀ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ, ਜਦੋਂ ਜਦੋਂ ਲੋੜ ਪਈ ਹੈ ਉਹਨਾਂ ਨੇ ਸੇਵਾ ਕੀਤੀ। ਸੋ ਇੱਥੇ ਲੇਡੀਜ਼ ਨੇ ਇੱਕ ਪਏ ਹੋਏ, ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਨਾਮ ਹੈ ਤੁਹਾਡਾ? ਬਲਵੀਰ ਕੌਰ। ਕੀ ਪ੍ਰੋਬਲਮ ਹੋ ਰਹੀ ਹੈ? ਡਾਇਲਿਸਿਸ ਹੁੰਦੇ ਆ। ਕਿੰਨੀ ਦੇਰ ਹੋ ਗਈ ਆਂਦੇ? ਇੱਥੇ 2 ਮਹੀਨੇ ਹੋਏ ਆ। 2 ਮਹੀਨੇ ਹੋ ਗਏ। ਪਹਿਲਾਂ ਜਾਂਦੇ ਸੀ ਕਿਸੇ ਹੋਰ ਹਸਪੀਟਲ? ਹਾਂਜੀ, DMC ਜਾਂਦੇ ਸੀ। ਕਿੰਨਾ ਕੁ ਖਰਚਾ ਆ ਜਾਂਦਾ ਸੀ ਉੱਥੇ? ਜੀ DMC ਮਤਲਬ ਇੱਕ ਡਾਇਲਿਸਿਸ ਦਾ 2200 ਹੈ। 2200 ਇੱਕ ਦਾ? ਹਾਂਜੀ। ਅੱਛਾ, ਫਿਰ ਇਸ ਹਿਸਾਬ ਨਾਲ ਤੇ ਕਾਫੀ ਖਰਚਾ ਆ ਜਾਂਦਾ ਹੋਣਾ ਅਗਰ ਤੁਹਾਨੂੰ ਪ੍ਰੋਬਲਮ ਹੈ ਤਾਂ? ਹਾਂਜੀ ਹਾਂਜੀ। ਤੇ ਇੱਥੇ ਕੀ ਲੱਗਦਾ, ਇੱਥੇ ਠੀਕ ਹੋ ਤੁਸੀਂ? ਜੀ ਬਿਲਕੁਲ, ਬਹੁਤ ਵਧੀਆ ਹੋਇਆ। ਆਂਦੇ ਕਿੱਥੋਂ? ਜੀ ਇੱਥੋਂ ਲੋਕਲ ਹੀ ਹਾਂ ਜੀ। ਲੋਕਲ ਹੀ ਹੋ ਤੁਸੀਂ? ਜਗਰਾਉਂ ਤੋਂ? ਹਾਂਜੀ। ਨਹੀਂ, ਚੌਂਕੀਮਾਨ ਪਿੰਡ। ਅੱਛਾ, ਇੱਥੇ ਕੋਈ ਦਿੱਕਤ ਨਹੀਂ ਹੈ? ਕੋਈ ਪੈਸਾ ਨਹੀਂ ਲਿਆ? ਜੀ ਨਹੀਂ ਨਹੀਂ, ਬਿਲਕੁਲ ਠੀਕ। ਦਵਾਈਆਂ ਵਗੈਰਾ ਹਰ ਫੈਸਿਲਿਟੀ ਹੈ? ਹਾਂਜੀ ਹਾਂਜੀ, ਬਿਲਕੁਲ। ਕਿੰਨੀ ਦੇਰ ਹੋ ਗਈ ਆਏ ਤੁਸੀਂ ਦੱਸਿਓ? ਜੀ ਇੱਥੇ ਮੈਨੂੰ 2 ਮਹੀਨੇ ਹੋਏ ਆ ਜੀ। 2 ਮਹੀਨੇ ਹੋ ਹਾਂਜੀ। ਮਤਲਬ 2 ਮਹੀਨੇ ਚ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਆ ਕੇ ਠੀਕ ਆ? ਪਹਿਲਾਂ DMC ਜਦੋਂ ਮੈਂ ਜਾਂਦੀ ਸੀ ਤਾਂ ਉੱਥੇ ਮੈਨੂੰ ਵਾਹਵਾ ਖਰਚਾ ਹੋ ਜਾਂਦਾ ਸੀ ਮੇਰਾ। ਜੀ ਬਿਲਕੁਲ। ਸੋ ਵੇਖਿਆ ਤੁਸੀਂ ਕਿ ਪੇਸ਼ੈਂਟਾਂ ਦਾ ਕਹਿਣਾ ਹੈ ਕਿ ਅਸੀਂ ਹੋਰ ਹਸਪੀਟਲ ਜਾਂਦੇ ਸੀ, ਚਾਹੇ ਉਹ DMC ਹੋਵੇ ਜਾਂ ਫਿਰ ਹੋਰ ਕੋਈ ਪ੍ਰਾਈਵੇਟ ਹਸਪੀਟਲ ਹੋਣ, ਉੱਥੇ ਵਾਹਵਾ ਸਾਨੂੰ ਖਰਚਾ ਦੇਣਾ ਪੈਂਦਾ ਸੀ, ਜਿਹਦੇ ਨਾਲ ਕਿ ਮੈਨੂੰ ਲੱਗਦਾ ਹੈ ਕਿ ਬੰਦੇ ਦੀ ਜੇਬ ਅੱਧੀ ਤੱਕ ਖਾਲੀ ਹੋ ਜਾਂਦੀ ਹੈ ਇਸੇ ਚੱਕਰ 'ਚ ਹੀ ਕਿ ਬਿਮਾਰੀ ਸਾਨੂੰ ਡਾਇਲਿਸਿਸ ਹੋ ਰਿਹਾ ਤੇ ਇਹਦਾ ਜਿਹੜਾ ਭਰਪਾਈ ਆ ਅਸੀਂ ਕਿਵੇਂ ਕਰਾਂਗੇ, ਖਰਚੇ ਜਿਹੜੇ ਕਿਵੇਂ ਮੈਨੇਜ ਕਰਾਂਗੇ। ਇੱਕ ਹੋਰ ਬਾਬਾ ਜੀ ਨਾਲ ਨੇ ਸਾਡੇ। ਤੁਸੀਂ ਕਿੱਥੋਂ ਆਏ ਹੋ? ਮਹਿਲ ਕਲਾਂ। ਮਹਿਲ ਕਲਾ।
ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਆਂਦੇ? ਮੈਨੂੰ ਹੋ ਗਏ 2.5 ਮਹੀਨੇ। 2.5 ਮਹੀਨੇ ਹੋ ਗਏ। ਹਾਂਜੀ, ਤੇ ਠੀਕ ਹੋ ਹੁਣ ਤੁਸੀਂ? ਅੱਗੇ ਨਾਲੋਂ ਇੱਥੇ ਆ ਕੇ ਠੀਕ ਫੀਲ ਕਰਦੇ ਹੋ? ਅੱਗੇ ਨਾਲ ਫਰਕ ਆ ਜੀ। ਅੱਛਾ, ਪਹਿਲਾਂ ਜਾਂਦੇ ਸੀ ਕਿਤੇ ਹੋਰ? ਪਹਿਲਾਂ ਲੁਧਿਆਣੇ ਜਾਂਦੇ ਸੀ। ਅੱਛਾ, ਵੈਸੇ ਹੋ ਕਿੱਥੋਂ ਦੇ ਤੁਸੀਂ? ਹਾਂਜੀ, ਕਿਹੜੇ ਸ਼ਹਿਰ ਤੋਂ? ਬਰਨਾਲਾ ਸ਼ਹਿਰ ਦੇ। ਬਰਨਾਲਾ ਤੋਂ ਤੁਸੀਂ ਲੁਧਿਆਣੇ ਜਾਂਦੇ ਸੀ ਡਾਇਲਿਸਿਸ ਲਈ? ਹਾਂਜੀ, ਕਿੰਨਾ ਕੁ ਖਰਚਾ ਆ ਜਾਂਦਾ ਸੀ ਉੱਥੇ? ਖਰਚਾ ਆਈ ਜਾਂਦਾ ਸੀ 22-2300। 2200 ਇੱਕ ਵਾਰੀ ਦਾ? ਤੇ ਹਫਤੇ 'ਚ 2 ਵਾਰੀ ਕਰਾਉਣਾ ਪੈਂਦਾ ਸੀ? ਹਾਂਜੀ ਹਾਂ, ਤੇ ਇੱਥੇ ਠੀਕ ਹੈ, ਕੋਈ ਦਿੱਕਤ ਨਹੀਂ? ਨਾ ਇੱਥੇ ਕੋਈ ਦਿੱਕਤ ਕੋਈ ਪੈਸਾ ਨਹੀਂ? ਨਹੀਂ ਜੀ। ਬਹੁਤ ਵਧੀਆ ਜੀ, ਤੁਸੀਂ ਵੇਖਿਆ ਕਿ ਇੱਥੇ ਕੋਈ ਖਰਚਾ ਨਹੀਂ ਹੈ। ਪ੍ਰਾਈਵੇਟ ਹਸਪੀਟਲਾਂ 'ਚ ਜਾਂਦੇ ਸੀ ਔਰ ਆਪਣੇ ਸ਼ਹਿਰ ਤੋਂ ਦੂਰ ਜਾਣਾ ਵੀ ਔਖਾ ਹੋ ਜਾਂਦਾ ਹੈ। ਸੋ ਇੱਕ ਹੋਰ ਸਾਡੇ ਨਾਲ ਬੀਬੀ ਜੀ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਤਬੀਅਤ ਕਿੱਦਾਂ ਔਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਇੱਥੇ ਆਉਂਦੇ ਔਰ ਕਿੱਥੋਂ ਆਏ ਹੋ ਬੀਬੀ ਜੀ ਤੁਸੀਂ? ਅਸੀਂ ਸ੍ਰੀ ਸ਼ੰਕਰ ਦੇ ਲਾਗੇ ਹੋਣੀ ਆ। ਅੱਛਾ, ਹਾਂਜੀ, ਕਿੰਨੀ ਦੇਰ ਹੋ ਗਈ ਇੱਥੇ ਆਉਂਦੇ ਤੁਹਾਨੂੰ? 9ਵਾਂ ਮਹੀਨਾ ਜਾਂਦਾ ਹੈ। 9 ਮਹੀਨੇ ਹੋ ਗਏ। ਹਾਂਜੀ ਕੀ ਇੱਥੇ ਤੁਹਾਨੂੰ ਠੀਕ ਲੱਗਦਾ? ਹਾਂਜੀ, ਇੱਥੇ ਹਾਂਜੀ ਬਿਲਕੁਲ ਠੀਕ ਹੈ ਇੱਥੇ। ਅੱਛਾ, ਹਾਂ, ਕੋਈ ਦਿੱਕਤ ਨਹੀਂ ਹੈ ਇੱਥੇ? ਕੋਈ ਨਹੀਂ ਹੈਗੀ। ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਿਆ ਜਾਂਦਾ? ਹਾਂ, ਕੋਈ ਪਰਚੀ ਵੀ ਨਹੀਂ ਲਈ ਜਾਂਦੀ? ਇਹ ਵਿਚਾਰੇ ਲੈਂਦੇ ਹੈਗੇ। ਅੱਛਾ, ਹਾਂ, ਬਹੁਤ ਵਧੀਆ ਕਰਦੇ ਜਿੱਦਾਂ। ਠੀਕ ਹੈ। ਪਹਿਲਾਂ ਕਿਤੇ ਹੋਰ ਜਾਂਦੇ ਸੀ ਹਸਪੀਟਲ? ਪਹਿਲਾਂ ਰੂਬੀ ਜਾਂਦੇ ਸੀ ਅੱਛਾ ਜਲੰਧਰ। ਹਾਂਜੀ, ਅੱਛਾ, ਇੱਕ ਗੱਲ ਹੋਰ ਕਿ ਇਹ ਹਸਪੀਟਲ ਦੇ ਵਿੱਚ ਜਿਹੜੇ ਤੁਸੀਂ ਪਹਿਲਾਂ ਜਾਂਦੇ ਸੀ ਉੱਥੇ ਪੈਸੇ ਤਾਂ ਲੱਗਦੇ ਹੀ ਸੀ? ਪੈਸੇ ਤਾਂ ਲੱਗਦੇ ਸੀ, ਲੇਕਿਨ ਕੀ ਫੈਸਿਲਿਟੀਆਂ ਵਧੀਆ ਸੀਗੀਆਂ ਉੱਥੇ ਜਾਂ ਇੱਥੇ ਵਧੀਆ? ਨਹੀਂ ਇੱਥੇ ਵਧੀਆ ਜਿੱਦਾਂ ਮਸ਼ੀਨਾਂ ਦੇਖਭਾਲ ਠੀਕ ਕਰ ਲੈਂਦੇ? ਹਾਂਜੀ ਹਾਂਜੀ ਡਾਕਟਰ ਆਉਂਦੇ ਟਾਈਮ ਨਾਲ? ਹਾਂਜੀ, ਬਹੁਤ ਵਧੀਆ ਆਉਂਦੇ ਆ। ਹਾਂਜੀ ਹਾਂ, ਬਹੁਤ ਵਧੀਆ ਆ ਜੀ। ਸੋ ਦੇਖਿਆ ਤੁਸੀਂ ਕਿ ਇੱਥੇ ਇਹਨਾਂ ਨੂੰ ਵਧੀਆ ਲੱਗਦਾ ਹੈ, ਕੰਫਰਟੇਬਲ ਲੱਗਦਾ ਹੈ ਔਰ ਇੱਥੇ ਜ਼ਿਆਦਾ ਕਹਿ ਸਕਦੇ ਹੋ ਤੁਸੀਂ ਹਸਪੀਟਲਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਸ਼ੋਰ ਸ਼ਰਾਬਾ ਬਹੁਤ ਹੁੰਦਾ ਆ, ਹੈ ਨਾ? ਹਸਪੀਟਲਾਂ 'ਚ ਆਪਾਂ ਦੇਖਦੇ ਹਾਂ ਅਕਸਰ, ਪਰ ਇੱਥੇ ਪੀਸਫੁਲ ਜਿਹਾ ਇਹਨਾਂ ਨੂੰ ਵੀ ਆਪਣੀ ਰੈਸਟ ਨੂੰ ਵੀ ਟਾਈਮ ਮਿਲ ਜਾਂਦਾ ਹੋਣਾ ਆ ਔਰ ਆਉਂਦੇ ਵੀ ਇਹ ਦੂਰੋਂ ਦੂਰੋਂ ਆ ਔਰ ਫ੍ਰੀ ਵੀ ਹਰ ਚੀਜ਼ ਇਹਨਾਂ ਨੂੰ ਮਿਲਦੀ ਹੈ। ਮਤਲਬ ਇੱਥੇ ਆ ਕੇ ਇਹ ਖੁਸ਼ ਨੇ? ਇੱਥੇ ਜੀ ਸਿਰਫ ਇੱਥੇ ਜਿੰਨਾ ਵੀ ਤੁਸੀਂ ਦੇਖਦੇ ਹੋ ਇਹ ਸਤਜੋਗ ਹੀ ਹੈ ਜੀ। ਇੱਥੇ ਇਹਦਾ ਕਾਰਨ ਇਹ ਹੈ ਵੀ ਆਹ ਸਮੇਂ ਦੇ ਵਿੱਚ ਡਾਇਲਿਸਿਸ ਫ੍ਰੀ ਹੋ ਜਾਣੀ ਤੇ ਇਹਨਾਂ ਨੂੰ ਇੰਨਾ ਪਿਆਰ ਇਹਨਾਂ ਬੱਚਿਆਂ ਨੇ ਦੇਣਾ, ਇਹ ਬੜੀ ਵੱਡੀ ਗੱਲ ਹੈ ਜੀ। ਔਰ ਸਾਨੂੰ ਜਿਹੜੀ NRI ਨੇ ਜ਼ਿੰਮੇਵਾਰੀ ਦਿੱਤੀ ਆ ਉਹਦਾ ਮੇਨ ਮਕਸਦ ਇਹੀ ਸੀ ਵੀ ਇੱਕ ਤਾਂ ਗੁਰੂ ਸਾਹਿਬ ਦੇ ਨਾਂ ਤੇ ਪ੍ਰੋਜੈਕਟ ਆ ਔਰ ਜਦੋਂ ਅਸੀਂ ਬੱਚਿਆਂ ਨੂੰ ਜੌਬ ਤੇ ਰੱਖਦੇ ਆ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਤੁਹਾਨੂੰ ਪੇ ਪ੍ਰੋਪਰ ਮਿਲੂਗੀ ਪਰ ਤੁਸੀਂ ਸੇਵਾ ਕਰਨੀ ਹੈ। ਵੀ ਇਦਾਂ ਆਮ ਕਈ ਵਾਰੀ ਇਹ ਮਰੀਜ਼ ਵੀ ਦੱਸਦੇ ਸਾਨੂੰ ਵੀ ਸਾਨੂੰ ਹਸਪੀਟਲਾਂ ਵਾਲੇ ਭੱਜ ਪੈਂਦੇ ਸੀ, ਉਹ ਨਹੀਂ ਇੱਥੇ ਸਿਸਟਮ ਹੈ। ਤੇ ਉਹ ਹੋਰ ਮਹਾਰਾਜ ਦੀ ਕਿਰਪਾ ਸਦਕਾ ਇੱਕ ਮੈਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਦੱਸੂਗਾ ਮੈਂ ਬਈ ਜਿੰਨੇ ਵੀ ਵੀਰ ਆਪਦਾ BP ਪ੍ਰੋਪਰ ਚੈੱਕ ਕਰਾਇਆ ਕਰਨ ਔਰ ਸ਼ੂਗਰ ਚੈੱਕ ਕਰਾਇਆ ਕਰਨ ਕਿਉਂਕਿ ਕਿਡਨੀ ਖਰਾਬ ਹੋਣ ਦਾ ਕਾਰਨ ਜ਼ਿਆਦਾ ਇਹ ਆ। ਬਾਕੀ ਮੈਂ ਤੁਹਾਨੂੰ ਕਹੂੰਗਾ ਵੀ ਹਰਪ੍ਰੀਤ ਜੀ ਨਾਲ ਗੱਲ ਕਰੋ, ਉਹ ਤੁਹਾਨੂੰ ਟੈਕਨੀਕਲ ਦੱਸਣਗੇ, ਸੰਗਤ ਸੁਣੂਗੀ, ਕੋਈ ਫਾਇਦਾ ਹੋਊਗਾ ਜੀ ਉਹਨਾਂ ਨੂੰ। ਬਿਲਕੁਲ ਅਸੀਂ ਚਾਹਾਂਗੇ ਹਰਪ੍ਰੀਤ ਜੀ ਪਲੀਜ਼ ਆਓ ਸਾਡੇ ਨਾਲ, ਤੁਸੀਂ ਜ਼ਰੂਰ ਗੱਲ ਕਰੋ ਔਰ ਅਸੀਂ ਵੀ ਤੁਹਾਡੇ ਕੋਲ ਕੁਝ ਪੁੱਛੀਏ। ਤੁਸੀਂ ਇੱਥੇ ਕਿੰਨੀ ਦੇਰ ਤੋਂ? ਮੈਂ ਸਟਾਰਟਿੰਗ ਤੋਂ ਹੀ ਇੱਥੇ ਆ, ਜਦੋਂ ਸਟਾਰਟ ਕੀਤੀ 3 ਸਾਲ ਹੋ ਗਏ ਹੈ ਨਾ? ਹਾਂਜੀ। ਕਿੱਦਾਂ ਦਾ ਲੱਗਦਾ ਇੱਥੇ ਦਾ ਮਾਹੌਲ? ਦਿਲ ਨਹੀਂ ਕਰਦਾ ਕਿ ਮੈਂ ਇੱਥੋਂ ਚੇਂਜ ਕਰਕੇ ਕਿਤੇ ਹੋਰ ਜਾਵਾਂ, ਉੱਥੇ ਮੈਨੂੰ ਜ਼ਿਆਦਾ ਪੇ ਮਿਲਦੀ ਹੈ? ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈ। ਠੀਕ ਹੈ। ਇੱਥੇ ਮਤਲਬ ਠੀਕ ਹੈ, ਪੇਸ਼ੈਂਟ ਦੇ ਨਾਲ ਫੈਮਿਲੀ ਵਰਗਾ ਮਾਹੌਲ ਹੈ ਸਾਰਾ? ਹਾਂਜੀ, ਫੈਮਿਲੀ ਵਰਗਾ ਹੈ। ਪੇਸ਼ੈਂਟ ਨੂੰ ਪੁੱਛੀਦਾ ਹੈ ਵੀ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਬੋਲ ਕੇ ਖੁਦ ਹੀ ਦੱਸੋ ਕਿ ਸਾਨੂੰ ਇਹ ਪ੍ਰੋਬਲਮ ਹੈ ਇੱਥੇ, ਤਾਂ ਕਿ ਅਸੀਂ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੀਏ। ਅੱਛਾ, ਕਈ ਹਸਪੀਟਲਾਂ 'ਚ ਪ੍ਰਾਈਵੇਟ ਜਾਂ ਸਰਕਾਰੀ ਅਸੀਂ ਦੇਖਦੇ ਹਾਂ ਕਿ ਸ਼ੋਰ ਸ਼ਰਾਬਾ, ਘਾਚਾ ਮਾਚਾ, ਕੋਈ ਪੇਸ਼ੈਂਟ ਬੁਲਾਉਂਦਾ ਵੀ ਹੈ, ਅਗਰ ਸਟਾਫ ਮੈਂਬਰ ਨੂੰ ਵੀ ਬੁਲਾਉਂਦਾ ਤਾਂ ਟਾਈਮ ਲਗਾ ਦਿੰਦੇ ਆਉਣ 'ਚ ਜਾਂ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਕਿ ਮਿਲਣੀਆਂ ਚਾਹੀਦੀਆਂ। ਕਿ ਇੱਥੇ ਐਸੀ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਇੱਥੇ ਜ਼ਿਆਦਾ ਰਸ਼ ਵੀ ਨਹੀਂ ਅਸੀਂ ਦੇਖਿਆ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪੇਸ਼ੈਂਟ ਬੁਲਾਉਂਦੇ ਅਸੀਂ ਐਟ ਏ ਟਾਈਮ ਜਾਂਦੇ ਹਾਂ। ਅਗਰ ਅਸੀਂ ਖਾਣਾ ਵੀ ਖਾਣੇ ਤਾਂ ਐਵੇਂ ਬਾਹਰ ਬੈਠ ਕੇ ਖਾਂਦੇ, ਨਾਲ ਹੀ ਪੇਸ਼ੈਂਟ ਨੂੰ ਕਹਿੰਦੇ ਸੋ ਉਦੋਂ ਹੀ ਆਵਾਜ਼ ਲਗਾ ਦਿਓ ਅਗਰ ਕੋਈ ਪ੍ਰੋਬਲਮ ਹੈ। ਪੇਸ਼ੈਂਟ ਦੇ ਕੋਲ ਹੀ ਰਹੀਦਾ ਅਸੀਂ। ਅੱਛਾ, ਕਰੋਨਾ ਜਦੋਂ ਕਾਫੀ ਪੀਕ ਤੇ ਸੀ, ਹੁਣ ਤੇ ਚਲੋ ਥੋੜਾ ਜਿਹਾ ਡਾਊਨ ਜਾ ਰਿਹਾ, ਉਸ ਟਾਈਮ ਨਹੀਂ ਡਰ ਲੱਗਿਆ ਕਿ ਅਸੀਂ ਇੱਥੇ ਕੰਮ ਕਰ ਰਹੇ ਹਾਂ, ਹਸਪੀਟਲ ਦੇ ਵਿੱਚ ਸੇਵਾ ਕਰ ਰਹੇ ਹਾਂ ਇੱਕ ਤਰ੍ਹਾਂ ਦੀ, ਤਾਂ ਅਸੀਂ ਵੀ ਥੋੜਾ ਜਿਹਾ ਛੁੱਟੀ ਲੈ ਲਈਏ ਕਰੋਨਾ ਦੇ ਕਰਕੇ, ਘਰਾਂ 'ਚ ਬਹਿ ਜਾਈਏ? ਡਰ ਤਾਂ ਸਭ ਨੂੰ ਹੀ ਲੱਗਦਾ ਹੈ, ਸਾਨੂੰ ਵੀ ਲੱਗ ਰਿਹਾ ਸੀ, ਲੇਕਿਨ ਡਿਊਟੀ ਟਾਈਮ ਪੇਸ਼ੈਂਟ ਨੂੰ ਨਹੀਂ ਅਸੀਂ ਇਹ ਫੀਲ ਕਰਾਇਆ ਕਿ ਤੁਹਾਨੂੰ ਇਹ ਪ੍ਰੋਬਲਮ ਹੋ ਗਈ ਹੈ ਜਾਂ ਹੋਣੀ ਚਾਹੀਦੀ ਹੈ। ਪੇਸ਼ੈਂਟ ਦੇ ਰੂਟੀਨ ਵਾਈਜ਼ ਟੈਸਟ ਕਰਾਉਣ ਸੀ, ਪੇਸ਼ੈਂਟ ਨੂੰ ਇਹ ਵੀ ਦੱਸਦੇ ਸੀ ਕਿ ਫ੍ਰੀ ਹੈ ਜਾਂ ਤੁਸੀਂ ਆਹ ਚੀਜ਼ ਤੋਂ ਬਚੋ ਤਾਂ ਕਿ ਤੁਸੀਂ ਡਾਇਲਿਸਿਸ ਪੇਸ਼ੈਂਟ ਹੋ, ਤੁਹਾਨੂੰ ਪ੍ਰੋਬਲਮ ਨਾ ਆਏ। ਕਿੰਨੇ ਘੰਟੇ ਦੀ ਸ਼ਿਫਟ ਹੁੰਦੀ ਤੁਹਾਡੀ? ਸਾਡੀ ਸਟਾਰਟਿੰਗ ਮਾਰਨਿੰਗ 9 ਵਜੇ ਤੋਂ 5 o'clock ਹੁੰਦੀ ਹੈ। ਅੱਛਾ, ਉਸ ਤੋਂ ਬਾਅਦ ਸ਼ਿਫਟ ਚੇਂਜ ਹੋ ਜਾਂਦੀ ਹੈ? ਨਹੀਂ, ਸ਼ਿਫਟ ਨਹੀਂ ਚੇਂਜ ਹੁੰਦੀ, ਪੂਰੀ 9 to 5 ਹੀ ਡਿਊਟੀ ਕਰੀਦੀ ਹੈ ਅਸੀਂ। ਹਾਂਜੀ, ਪੇਸ਼ੈਂਟ ਦੀਆਂ 2 ਸ਼ਿਫਟਾਂ ਲੱਗਦੀਆਂ ਨੇ। ਹਾਂਜੀ। ਕਿੰਨੀ ਦੇਰ ਤੱਕ ਸ਼ਿਫਟ ਹੁੰਦੀ ਹੈ? 4 hours ਦੀ ਇੱਕ ਸ਼ਿਫਟ ਹੁੰਦੀ ਹੈ। ਅੱਛਾ, ਉਸ ਤੋਂ ਬਾਅਦ ਜਦੋਂ ਤੁਸੀਂ ਚਲੇ ਜਾਂਦੇ ਉਸ ਤੋਂ ਬਾਅਦ ਪੇਸ਼ੈਂਟ ਨਹੀਂ ਅਵੇਲੇਬਲ? ਨਹੀਂ ਜੀ। ਠੀਕ ਹੈ। ਹੋਰ ਕੀ ਟੈਕਨੀਕਲ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜਾ ਡਾਇਲਿਸਿਸ ਹੈ ਇਹ ਕਿਉਂ ਹੁੰਦਾ ਔਰ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤਾਂ ਕਿ ਇਦਾਂ ਦੀ ਦਿੱਕਤ ਨਾ ਆਵੇ? ਮੋਸਟਲੀ ਪੇਸ਼ੈਂਟ ਜਾਂ ਤਾਂ ਇੱਥੇ BP ਵਾਲੇ ਆਉਂਦੇ, ਜਿਹਨਾਂ BP ਹਾਈ ਹੁੰਦਾ, ਸ਼ੂਗਰ ਹੋਇਆ,
ਜਾਂ ਕੋਈ ਬਹੁਤ ਟਾਈਮ ਤੱਕ ਸਟੀਰੋਇਡ ਲੈ ਰਿਹਾ ਪੇਸ਼ੈਂਟ, ਜਾਂ ਕੋਈ ਸਰਜਰੀ ਇਸ ਤਰ੍ਹਾਂ ਦੀ ਹੋਈ ਹੈ, ਹਾਰਟ ਸਰਜਰੀ ਹੋਈ ਹੈ, ਉਹਨਾਂ ਨੂੰ ਵੀ ਜ਼ਿਆਦਾ ਚਾਂਸ ਹੁੰਦੇ ਆ। ਔਰ ਜੋ ਆਪਣਾ ਅੱਜ ਕੱਲ੍ਹ ਦਾ ਖਾਣਾ ਚੱਲ ਰਿਹਾ, ਫਾਸਟ ਫੂਡ ਜ਼ਿਆਦਾ ਹੋ ਗਏ, ਇਹਨਾਂ ਨੂੰ ਥੋੜਾ ਅਵੋਇਡ ਕਰਨਾ ਚਾਹੀਦਾ, ਇਹੀ ਕਹਿ ਸਕਦੇ ਆ ਪੇਸ਼ੈਂਟ। ਸ਼ੂਗਰ ਦੇ ਪੇਸ਼ੈਂਟ ਲਈ ਕੀ ਚੀਜ਼ਾਂ ਨੇ ਕਿ ਉਹਨੂੰ ਕਿਵੇਂ ਕੰਟਰੋਲ ਰੱਖਣਾ ਚਾਹੀਦਾ ਆਪਣੇ ਆਪ ਨੂੰ? ਸ਼ੂਗਰ ਕੰਟਰੋਲ ਕਰਨ ਲਈ ਪੇਸ਼ੈਂਟ ਨੂੰ ਇੱਕ ਤਾਂ ਕੋਈ ਪੇਸ਼ੈਂਟ ਟੈਬਲੇਟ ਲੈ ਰਿਹਾ ਜਾਂ ਟਾਈਮ ਟੂ ਟਾਈਮ ਇਨਸੂਲਿਨ ਲਗਾ ਰਿਹਾ, ਔਰ ਉਹਨੂੰ ਡੇਲੀ ਸ਼ੂਗਰ ਚੈੱਕ ਕਰਕੇ ਹੀ ਲਗਾਉਣੀ ਚਾਹੀਦੀ ਹੈ। ਔਰ ਆਪਣੀ ਸ਼ੂਗਰ ਲਈ ਉਹਨੂੰ ਡਾਈਟ ਕੰਟਰੋਲ ਕਰਨੀ ਪੈਣੀ ਹੈ। ਇਹ ਅਸੀਂ ਪੇਸ਼ੈਂਟ ਨੂੰ ਇਹੀ ਪ੍ਰੋਪਰਲੀ ਇੱਥੇ ਮੇਨਟੇਨ ਕਰਦੇ ਹਾਂ। ਸੋ ਬਹੁਤ ਅੱਛੀ ਗੱਲ ਹੈ, ਤੁਸੀਂ ਵਧੀਆ ਸੇਵਾ ਨਿਭਾ ਰਹੇ ਹੋ, ਇਸੇ ਤਰ੍ਹਾਂ ਤੁਸੀਂ ਬਰਕਰਾਰ ਰਹੋ, ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਸੋ ਇੱਕ ਸਵਾਲ ਇੱਥੇ ਹੋ ਰਿਹਾ ਕਿ ਅੱਗੇ ਦੀ ਕੀ ਪਲੈਨਿੰਗ ਹੈ, ਅੱਗੇ ਕੀ ਹੋਰ ਤੁਸੀਂ ਕਰਨਾ ਚਾਹੁੰਦੇ ਹੋ? ਅੱਗੇ ਰਾਜੇ ਇਹ ਪ੍ਰੋਜੈਕਟ ਨਾ ਆਹ ਥੋੜਾ ਜਿਹਾ ਕਰੋਨੇ ਕਰਕੇ ਰੁਕ ਗਏ, ਔਰ ਥੋੜਾ ਜਿਹਾ ਆਹ ਅੰਦੋਲਨ ਕਰਕੇ ਰੁਕ ਗਏ ਨੇ ਪ੍ਰੋਜੈਕਟ। ਅੱਗੇ 3 ਹੋਰ ਮਤਲਬ ਪਲਾਨ ਹੋਇਆ ਜੀ। ਥੋੜਾ ਜਿਹਾ ਮਾੜਾ ਚਲੋ ਆਹ ਸਮਾਂ ਬਣਦਾ ਵਾ, ਫਿਰ ਉਹਨਾਂ ਤੇ ਕੰਮ ਹੋਊਗਾ ਜੀ, ਕਿਉਂਕਿ ਇਹ ਪੰਜਾਬ 'ਚ ਲਾਉਣੇ ਪੈਣਗੇ ਸਾਨੂੰ ਜੀ। NRI ਵੀਰਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਵੀ ਆਪਦੇ ਨਗਰਾਂ ਦੇ ਵਿੱਚ ਆਪਾਂ ਉਪਰਾਲਾ ਕਰੀਏ, ਕਿਉਂਕਿ ਮਰੀਜ਼ ਬਹੁਤ ਵੱਧ ਰਿਹਾ। ਪਹਿਲਾਂ ਜਿਹੜੀਆਂ ਕਣਕਾਂ ਆਪਾਂ ਰੇਹਾਂ ਸਪਰੇਆਂ ਪਾਈਆਂ ਸੀ ਉਦੋਂ ਨਹੀਂ ਪਤਾ ਲੱਗਿਆ, ਪਰ ਹੁਣ ਸਾਨੂੰ ਪਤਾ ਲੱਗਦਾ ਵੀ ਸਾਨੂੰ ਉਹਦੇ ਸਾਈਡ ਇਫੈਕਟ ਕੀ ਹੋਏ ਨੇ, ਤੇ ਉਹਦੇ ਕਰਕੇ ਫਿਰ ਇਹ ਜਿਵੇਂ ਹਰਮਨ ਟਰਾਂਸਪੋਰਟ ਵਾਲੇ ਬਾਈ ਜੀ ਹੋਣੀ ਆ, ਉਹਨਾਂ ਦਾ ਪ੍ਰੋਪਰ ਕਿਹਾ ਹੋਇਆ ਵੀ ਜਿੱਥੇ ਵੀ ਅਗਲੇ ਪ੍ਰੋਜੈਕਟ ਲੱਗਦੇ ਆ ਉਹ ਪੂਰੀ ਸਹਿਯੋਗ ਦੇਣਗੇ। ਮਸ਼ੀਨਾਂ ਚਾਹੀਦੀਆਂ ਮਸ਼ੀਨਾਂ ਲੈ ਲਓ। ਨਿਊਜ਼ੀਲੈਂਡ ਵਾਲੇ ਬਾਈ ਜਸਵਿੰਦਰ ਸਿੰਘ ਖਾਨਪੁਰੀ ਹੋਣੀ ਨੇ, ਮਾਲਵਾ ਸਪੋਰਟਸ ਕਲੱਬ ਆ, ਇਹ ਸਾਰੇ ਜਿੰਨੇ ਵੀ NRI ਨੇ ਉਹਨਾਂ ਨੇ ਕਿਹਾ ਹੋਇਆ ਵੀ ਜਿੱਥੇ ਵੀ ਤੁਸੀਂ ਲਾਉਣਾ ਵਾ ਅਗਲਾ ਪ੍ਰੋਜੈਕਟ ਤਾਂ ਸਾਨੂੰ ਦੱਸੋ, ਅਸੀਂ ਸੇਵਾ ਕਰਨ ਨੂੰ ਤਿਆਰ ਹਾਂ, ਕਿਉਂਕਿ ਇਹਦਾ ਰਿਸਪੌਂਸ ਬਹੁਤ ਹੈ ਜੀ। ਔਰ ਲਗਾਤਾਰ ਇਹ ਇੱਥੇ ਮੈਂ ਹੋਰ ਤੁਹਾਨੂੰ ਰਾਜੇ ਦੱਸ ਦਿੰਦਾ ਹੈਗਾ ਵੀ ਸਿਰਫ ਐਤਵਾਰ ਦੀ ਛੁੱਟੀ ਹੁੰਦੀ ਹੈ ਇੱਥੇ, ਕੋਈ ਦੀਵਾਲੀ ਦੁਸਹਿਰਾ ਕੋਈ ਛੁੱਟੀ, ਹਾਂਜੀ ਛੁੱਟੀ ਰਾਜੇ ਕਰ ਨਹੀਂ ਸਕਦੇ ਆਪਾਂ, ਤੇ ਫਿਰ ਇਹ ਮਰੀਜ਼ ਕਿੱਥੇ ਜਾਣਗੇ। ਇਸ ਕਰਕੇ ਡਾਇਲਸਿਸ ਕਰਕੇ ਹੀ ਗੁਰੂ ਸਾਹਿਬਾਂ ਦੇ ਦਿਨ ਮਨਾਈਦੇ ਆ, ਦੀਵਾਲੀ ਦੁਸਹਿਰਾ ਵੀ ਡਾਇਲਸਿਸ ਕਰਕੇ ਹੀ ਮਨਾਈਦਾ। ਸੋ ਸਾਡੀਆਂ ਦੁਆਵਾਂ ਨੇ, ਦੈਨਿਕ ਸਵੇਰਾ ਬਿਲਕੁਲ ਦੁਆ ਕਰਦਾ ਹੈ ਕਿ ਹਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹੋ ਜਿਹੇ ਜਿਹੜੇ ਚੈਰੀਟੇਬਲ ਹੈ ਖੁੱਲ੍ਹਣੇ ਚਾਹੀਦੇ ਆ, ਤਾਂ ਕਿ ਆਉਣ ਵਾਲੇ ਟਾਈਮ 'ਚ ਲੋਕ ਜਿਹੜੇ ਐਡੀ ਐਡੀ ਦੂਰੋਂ ਆਉਂਦੇ ਆ ਆਪਣੇ ਸ਼ਹਿਰ ਦੇ ਵਿੱਚ ਹੀ ਰਹਿ ਕੇ ਉਹ ਵਧੀਆ ਇਲਾਜ ਕਰ ਸਕਣ। ਇਹ ਰਾਜੇ 4 ਘੰਟੇ ਇੱਥੇ ਰਹਿੰਦੇ ਨੇ ਜੀ ਬੈੱਡ ਤੇ। ਕਈ ਮਰੀਜ਼ ਨੇ ਉਹਨਾਂ ਨੂੰ ਜਿਵੇਂ ਹੁਣ ਦੂਰੋਂ ਫੋਨ ਆਉਂਦੇ ਨੇ, ਜਿਵੇਂ ਅੰਮ੍ਰਿਤਸਰ ਸਾਹਿਬ ਤੋਂ ਆ ਗਿਆ, ਗੁਰਦਾਸਪੁਰੋਂ ਆ ਗਿਆ, ਇੱਧਰੋਂ ਬਠਿੰਡੇ ਤੋਂ ਬੜੇ ਫੋਨ ਆਉਂਦੇ ਨੇ, ਮੋਹਾਲੀ ਤੋਂ ਆਉਂਦੇ ਨੇ, ਪਰ ਉਹ ਨਾ ਸਫ਼ਰ ਕਰਕੇ ਨਹੀਂ ਆ ਪਾ ਰਹੇ। ਤੇ ਪਟਿਆਲਿਓਂ ਬੜੇ ਫੋਨ ਆਉਂਦੇ ਨੇ ਵੀ ਤੁਸੀਂ ਭਾਜੀ ਉਧਰ ਬਣਾਈਏ ਆਪਾਂ, ਕਿਉਂਕਿ ਹਰ ਮਰੀਜ਼ ਨੂੰ 3-4 ਘੰਟੇ ਸਫ਼ਰ ਆਉਣਾ ਜੀ, 4 ਘੰਟੇ ਜਾਣਾ ਤੇ 4 ਇੱਥੇ, ਦਿਹਾੜੀ ਲੱਗ ਜਾਂਦੀ ਹੈ। ਇਸ ਕਰਕੇ ਮਰੀਜ਼ ਦੇ ਹਾਲਾਤ ਵੀ ਏਡੇ ਨਾਜ਼ੁਕ ਹੀ ਹੁੰਦੇ ਨੇ ਜੀ। ਤੇ ਸਾਡੀ ਤਾਂ ਬੇਨਤੀ ਇਹ ਹੈ ਵੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਵਾ ਤੇ ਉਹ ਇੱਥੇ ਆ ਜਾਣ, ਆਪਾਂ ਮੀਟਿੰਗ ਕਰੀਏ ਤੇ ਆਪਾਂ ਹੋਰ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕਰੀਏ ਜੀ। ਜੀ ਬਿਲਕੁਲ, ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਸੋ ਵੇਖਿਆ ਤੁਸੀਂ ਕਿ ਧੰਨ ਮਾਤਾ ਗੁਜਰੀ ਜੀ ਚੈਰੀਟੇਬਲ ਟਰਸਟ ਦੇ ਵਿੱਚ ਹਾਂ ਅਸੀਂ, ਔਰ ਡਾਇਲਿਸਿਸ ਇੱਥੇ ਫ੍ਰੀ ਆਫ ਕਾਸਟ ਹੁੰਦਾ ਹੈ। ਮਰੀਜ਼ਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਔਰ ਜਿਹੜੇ ਇੱਥੇ ਸੇਵਾ ਨਿਭਾ ਰਹੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ। ਬਹੁਤ ਅੱਛੀ ਗੱਲ ਉਹਨਾਂ ਨੇ ਕਹੀ ਹੈ ਕਿ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹੋ ਜਿਹਾ ਚੈਰੀਟੇਬਲ ਹੋਣਾ ਚਾਹੀਦਾ, ਟਰਸਟ ਹੋਣਾ ਚਾਹੀਦਾ ਹੈ, ਤਾਂ ਕਿ ਲੋਕ ਜਿਹੜੇ ਨੇ ਆਪਣੇ ਸ਼ਹਿਰ ਦੇ ਵਿੱਚ, ਆਪਣੇ ਉੱਥੇ ਪਿੰਡ ਦੇ ਵਿੱਚ ਰਹਿ ਕੇ, ਆਪਣੀ ਸਿਟੀ ਦੇ ਵਿੱਚ ਰਹਿ ਕੇ ਹੀ ਇਸ ਚੀਜ਼ ਦਾ ਇਲਾਜ ਕਰ ਸਕਣ, ਤਾਂ ਕਿ ਉਹਨਾਂ ਦਾ ਟਾਈਮ ਵੀ ਵੇਸਟ ਨਾ ਹੋਵੇ ਔਰ ਉਹਨਾਂ ਦਾ ਜਿਹੜਾ ਸਰੀਰ ਆ ਉਹ ਵੀ ਤੰਦਰੁਸਤ ਰਵੇ। ਸੋ ਇਸੇ ਉਮੀਦ ਦੇ ਨਾਲ ਅਸੀਂ ਤੁਹਾਡੇ ਕੋਲ ਵਿਦਾ ਲੈਂਦੇ ਹਾਂ। ਬਬੀਤਾ ਦੇ ਨਾਲ ਕੈਮਰਾਮੈਨ ਹਿੰਮਤ, ਦੈਨਿਕ ਸਵੇਰਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।